Hello everyone, welcome back to Suksham Ma'am ki classes. Hope you all are doing great and preparing well for your term 1 examination. ਅੱਜ ਅਸੀਂ ਕਰਾਂਗੇ class 10th ਦਾ English ਦਾ study material for revision and date is 27th November 2021. जिन ਬੱਚਿਆਂ ਨੇ ਪਹਿਲੇ ਹੀ ਮੇਰੀ previous videos ਵੇਖ ਕੇ prepare ਕੀਤਾ ਹੋਇਆ ਹੈ ਉਹਨਾਂ ਲਈ PDF solve ਕਰਨਾ ਬਹੁਤ ਹੀ easy ਹੋਏਗਾ। ਜੇ ਤੁਸੀਂ ਨਹੀਂ ਵੀ ਵੇਖਿਆ ਨੋ ਵਰੀਜ਼, ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਸ ਵੀਡੀਓ ਦੇ ਉਹਨਾਂ ਨੂੰ ਵੇਖ ਸਕਦੇ ਹੋ। ਕਲਿੱਕ ਔਨ ਦੈਟ ਲਿੰਕ, ਤੁਹਾਨੂੰ ਸਾਰੀ ਵੀਡੀਓਜ਼ ਮਿਲ ਜਾਣਗੀਆਂ। ਪ੍ਰੇਪੇਅਰ ਵੈਲ, ਆਲ ਦ ਵੈਰੀ ਬੈਸਟ। ਅਸੀਂ ਅੱਜ ਸੋਲਵ ਕਰਾਂਗੇ ਸਾਡੇ ਅੱਜ ਦਾ PDF। ਸੋ ਲੈਟਸ ਸਟਾਰਟ। ਲੈਸਨ ਇਜ਼ ਸੀਕ੍ਰੇਟ ਆਫ happiness. And the first question is, the greatest day in an individual's life is the day when he begins to get dash. ਹੁਣ ਇੱਕ ਇੰਡੀਵਿਜੂਅਲ ਮਤਲਬ ਕਿ ਇੱਕ ਬੰਦੇ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਉਹ ਹੁੰਦਾ ਹੈ ਜਦੋਂ ਉਹ ਡੈਸ਼ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ, ਡੈਸ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਵਾਟ ਆਨਸਰ ਹੈ ਆਪਸ਼ਨ ਏ ਸੈਲਫ ਰਿਅਲਾਈਜ਼ੇਸ਼ਨ। ਬੱਚਾ ਸੈਲਫ ਰਿਅਲਾਈਜ਼ੇਸ਼ਨ ਮੀਨਸ ਕਿ ਜਦੋਂ ਉਹਨੂੰ ਖੁਦ ਹੀ ਪਤਾ ਲੱਗਣ ਲੱਗ ਪੈਂਦਾ ਹੈ ਕਿ ਉਹ ਕਿੱਥੇ ਰਾਈਟ ਹੈ ਤੇ ਕਿੱਥੇ ਰੋਂਗ ਹੈ, ਕਿਸੇ ਹੋਰ ਨੂੰ ਰਿਅਲਾਈਜ਼ ਕਰਾਉਣ ਦੀ ਲੋੜ ਨਹੀਂ ਪੈਂਦੀ ਹੈ। ਹੀ ਰਿਅਲਾਈਜ਼ਸ ਇਟ ਹਿਮਸੈਲਫ ਓਨਲੀ। ਠੀਕ ਹੈ, ਆਪਣੇ ਆਪ ਨੂੰ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਯਾਰ ਦਿਸ ਇਜ਼ ਰਾਈਟ ਐਂਡ ਦਿਸ ਇਜ਼ ਰੋਂਗ। Next, question number 2, the energies of men has been written by a psychologist name. ਹੁਣ ਜੋ energies of men एक जो है written एक है वो किन्ने लिखी है, केड़े साइकोलॉजिस्ट ने वो लिखी है? ऑप्शन सी विलियम जेम्स। Question number 3, an average man uses dash of his brain power. ਹੁਣ ਬੱਚੋ ਰੱਬ ਨੇ ਸਾਡਾ ਜੋ ਬ੍ਰੇਨ ਬਣਾਇਆ ਹੈ ਇਟਸ ਫੁੱਲ ਆਫ ਪਾਵਰ, ਬਹੁਤ ਸ਼ਕਤੀ ਹੈ ਸਾਡੇ ਬ੍ਰੇਨ ਦੇ ਵਿੱਚ। ਬਟ ਐਵਰੇਜ ਮਤਲਬ ਕਿ ਜ਼ਿਆਦਾਤਰ ਜੋ ਲੋਕ ਹੁੰਦੇ ਨੇ ਉਹ ਕਿੰਨਾ ਪਰਸੈਂਟ ਆਪਣੀ ਬ੍ਰੇਨ ਦੀ ਪਾਵਰ ਯੂਜ਼ ਕਰਦੇ ਨੇ? ਆਪਾਂ ਸਾਰੇ ਇੰਨੇ ਇੰਟੈਲੀਜੈਂਟ ਨਹੀਂ ਹੈਗੇ, ਅਸੀਂ ਨਹੀਂ ਯੂਜ਼ ਕਰਦੇ ਉਨੀ ਪਾਵਰ ਜਿੰਨੀ ਰੱਬ ਨੇ ਸਾਨੂੰ ਪ੍ਰੋਵਾਈਡ ਕੀਤੀ ਹੈ। ਪਰ ਐਵਰੇਜ ਬੰਦਾ ਕਿੰਨੀ ਯੂਜ਼ ਕਰਦਾ ਹੈ? ਇਟਸ ਓਨਲੀ 20%, ਓਨਲੀ 20%। ਸੋਚੋ 20% ਯੂਜ਼ ਕਰਦੇ ਹਾਂ, ਜੇ 100% ਯੂਜ਼ ਕਰਦੇ ਹੋਈਏ ਤਾਂ ਕੀ ਹੋਏਗਾ? Fourth, if I could preach once, only once was the dash. ਹੁਣ ਜੋ ਹੈ ਤੁਹਾਡਾ if I could preach only once ਜੋ heading ਹੈ ਇਹ ਕਿਹਦੇ ਬਾਰੇ ਸੀ? It's a volume of sermons. Fifth, what is the most common enemy of a man? ਹੁਣ ਹਰ ਬੰਦੇ ਦਾ ਇੱਕ enemy ਹੁੰਦਾ ਹੈ ਜੋ commonly ਹਰ ਬੰਦੇ ਦਾ ਹੁੰਦਾ ਹੈ। This is what I say, they are saying. ਉਹ ਕੌਣ ਹੈ? ਕਿਹੜਾ ਹੈ ਇੱਕ enemy ਜੋ ਹਰ ਬੰਦੇ ਦਾ ਹੁੰਦਾ ਹੀ ਹੁੰਦਾ ਹੈ? It's option A, fear, ਡਰ। ਕਿਉਂਕਿ ਹਰ ਬੰਦੇ ਨੂੰ ਕਿਸੇ ਨਾ ਕਿਸੇ ਚੀਜ਼ ਨਾਲ ਆਪਣੀ ਲਾਈਫ ਤੇ ਕਿਸੇ ਨਾ ਕਿਸੇ ਟਾਈਮ 'ਚ ਡਰ ਲੱਗਦਾ ਹੀ ਲੱਗਦਾ ਹੈ। ਠੀਕ ਹੈ। ਨੈਕਸਟ, ਅ ਫੇਅਰ ਇਜ਼ ਸਿਮਿਲਰ ਟੂ ਅ ਡੈਸ਼। ਹੁਣ ਜੋ ਡਰ ਹੈ ਉਹ ਕਿਹਦੇ ਬਰਾਬਰ ਹੈ? ਇਟਸ ਸਿਮਿਲਰ ਟੂ ਗੋਸਟ, ਭੂਤ ਦੇ ਬਰਾਬਰ ਹੈ। ਬਿਕੋਜ਼ ਤੁਸੀਂ ਭੂਤ ਤੋਂ ਵੀ ਡਰਦੇ ਹੋ ਤੇ ਤੁਸੀਂ ਡਰ ਵੀ ਤੁਹਾਡੇ ਦਿਮਾਗ 'ਚ ਰਹਿੰਦਾ ਹੈ। ਹੁੰਦਾ ਕੁਝ ਨਹੀਂ ਹੈ, ਭੂਤ ਹੁੰਦੇ ਨਹੀਂ ਹੈ, ਬਟ ਸਟਿਲ ਵੀ ਆਰ ਸਕੇਅਰਡ ਆਫ ਭੂਤ, ਦਿਸ ਗੋਸਟ, ਰਾਈਟ? Once in a lonely cabin in North Woods, the author heard some noises. ਇੱਕ ਵਾਰ ਜੋ ਸਾਡਾ ਹੈਗਾ author ਹੈ ਉਹ North Woods ਦੇ cabin 'ਚ ਬੈਠਾ ਹੋਇਆ ਸੀ, ਉਹਨੂੰ ਕੀ ਨਾ ਸੁਣਾਈ ਦਿੰਦੀਆਂ? ਕਾਫੀ noises ਸੁਣਾਈ ਦਿੰਦੀਆਂ। ਹੁਣ ਉਹ ਡਰ ਜਾਂਦਾ ਹੈ, ਠੀਕ ਹੈ, he scared. ਹੁਣ out of scaredness ਉਹਨੂੰ ਕੀ ਹੁੰਦਾ ਹੈ? He flung opens the door expecting to see the dash and dash. ਕਿ ਡਰ ਦੇ ਮਾਰੇ ਉਹ ਕੀ ਸੋਚਦਾ ਹੈ ਕਿ ਉਹਨੂੰ ਡੋਰ ਖੋਲ ਕੇ ਸਾਹਮਣੇ ਕੌਣ ਨਜ਼ਰ ਆਏਗਾ? ਡਰ ਨੇ ਉਹਨੂੰ ਇਹਨਾਂ ਡਰਾਤਾ ਕਿ ਅਜੇ ਆਵਾਜ਼ਾਂ ਨੂੰ ਉਹਨੇ ਕਿੰਨਾ ਕੰਪੇਅਰ ਕਰਤਾ ਕਿ ਦਰਵਾਜ਼ਾ ਖੁੱਲਣ ਤੇ ਕੌਣ ਸਾਹਮਣੇ ਹੋਏਗਾ? ਗੈਂਗਸਟਰਸ ਐਂਡ ਮਸ਼ੀਨ ਗਨਸ, ਕਿ ਗੈਂਗਸਟਰਸ ਹੋਣਗੇ ਮਸ਼ੀਨ ਗਨਸ ਨਾਲ ਮੈਨੂੰ ਮਾਰਨ ਆਏ ਨੇ। ਇਹ ਉਹਦੇ ਡਰ ਨੇ ਫਰੇਮ ਕਰਤਾ ਉਹਦੇ ਮਨ ਦੇ ਵਿੱਚ। 8th, who is the greatest Japanese preacher and a social worker? ਇਸ ਚੈਪਟਰ ਵਿੱਚ ਉਹ ਕਿਹੜਾ ਜੈਪਨੀਜ਼ ਪ੍ਰੀਚਰ ਤੇ ਸੋਸ਼ਲ ਵਰਕਰ ਹੈ ਜਿਹਦਾ ਜ਼ਿਕਰ ਹੋਇਆ ਹੈ? ਇਟਸ ਕਗਾਵਾ, ਕਗਾਵਾ, Kagaya, ਕਗਾਵਾ। ਨੈਕਸਟ, what did the author of Secret of Happiness find when he flung open the door? ਹੁਣ ਤੁਹਾਨੂੰ ਪਤਾ ਹੈ ਕਿ author ਡਰਿਆ ਹੋਇਆ ਸੀ। he expected ਕਿ ਮੈਂ ਡੋਰ ਖੋਲਾਂਗਾ, voices ਆ ਰਹੀਆਂ, ਪੱਕਾ ਗੈਂਗਸਟਰਸ ਹੋਣਗੇ ਗਨ ਮਸ਼ੀਨਸ ਦੇ ਨਾਲ, ਬਟ ਇੰਜ ਹੋਇਆ ਨਹੀਂ। ਕੌਣ ਸੀਗਾ ਜਦੋਂ ਉਹਨੇ ਡੋਰ ਖੋਲਿਆ? it was just a chipmunk, option B. A sense of peace and poise can be achieved by immersing oneself in the grace of dash. ਤੁਸੀਂ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ, ਠਹਿਰਾਵ ਕਦੋਂ ਅਚੀਵ ਕਰ ਸਕਦੇ ਹੋ? ਜਦੋਂ ਤੁਸੀਂ ਕਿਦੇ ਦੇ ਵਿੱਚ ਆਪਣੇ ਆਪ ਨੂੰ ਇਮਰਜ ਕਰ ਜਾਓਗੇ, ਰੰਗ ਜਾਓਗੇ। ਕਿਦੇ ਵਿੱਚ? ਗ੍ਰੇਸ ਆਫ ਗੋਡ, ਆਪਸ਼ਨ ਏ। ਸੀਕ੍ਰੇਟ ਆਫ ਹੈਪੀਨੈਸ ਇਜ਼ ਰਿਟਨ ਬਾय, ਹੁਣ ਹੂ ਇਜ਼ ਦ ਰਾਈਟਰ ਆਫ ਦਿਸ ਚੈਪਟਰ? ਕਿਨੇ ਲਿਖਿਆ ਹੈ? ਆਪਸ਼ਨ ਸੀ ਨੋਰਮਨ ਵਿੰਸੈਂਟ ਪੈਲੇ। ਨੈਕਸਟ, we should have unshakable faith in dash. ਹੁਣ ਸਾਨੂੰ ਕਿਤੇ ਉੱਪਰ ਅਟੂਟ ਵਿਸ਼ਵਾਸ ਰੱਖਣਾ ਚਾਹੀਦਾ ਹੈ ਬਿਨਾਂ ਕਿਸੇ ਡਰ ਤੋਂ, ਬਿਨਾਂ ਮਤਲਬ ਕਿ ਅਨਸ਼ੇਕੇਬਲ, ਕਿ ਸਾਡਾ ਵਿਸ਼ਵਾਸ ਬਿਲਕੁਲ ਨਹੀਂ ਹਿਲਣਾ ਚਾਹੀਦਾ ਉਹਦੇ ਉੱਪਰ। ਉਹ ਕੌਣ ਹੈ? ਆਪਸ਼ਨ ਏ ਗੋਡ, ਰੱਬ ਦੇ ਵਿੱਚੋਂ।
What is there in the personality of every man? ਹਰ ਆਦਮੀ ਦੀ personality ਦੇ ਵਿੱਚ ਉਹਦੇ brain ਦੇ ਵਿੱਚ personality ਦੇ ਵਿੱਚ ਕੀ ਹੁੰਦਾ ਹੈ? It's a great storehouse of unused power. ਉਹਦੇ ਕੋਲ ਇੰਨਾ ਜ਼ਿਆਦਾ storehouse ਹੈ ਉਸ ਪਾਵਰ ਦਾ, ਉਸ એનર્ਜੀ ਦਾ ਸੌਰੀ, ਜੋ ਉਹਨੇ ਕਦੀ ਯੂਜ਼ ਹੀ ਨਹੀਂ ਕੀਤੀ ਹੈ। ਸੋ ਆਪਸ਼ਨ ਸੀ, a great storehouse of unused energy or power, both are right. Next, how can weak personalities become strong? ਹੁਣ ਜੋ ਬੱਚੇ ਵੀਕ ਨੇ, ਜੋ ਲੋਕ ਵੀਕ ਨੇ, ਉਹਨਾਂ ਦੀ personality strong ਕਿਵੇਂ ਹੋਏਗੀ? By what? By using their unused power. ਜੋ ਤੁਸੀਂ ਆਪਣੀ unused power ਨੂੰ use ਕਰਨਾ ਸ਼ੁਰੂ ਕਰੋਗੇ ਤਦੇ ਤੁਸੀਂ strong ਹੋਗੇ ਨਾ, right? Now, which illustration was used by the professor of psychology? ਹੁਣ class ਚੱਲ ਰਹੀ ਸੀ, ਉਹਦੇ ਵਿੱਚ professor ਨੇ psychology ਦੀ ਕਿਹੜੀ illustration use ਕੀਤੀ ਸੀ? It's very easy. Option C, burning glass. What enthralled the student in the psychology class? ਹੁਣ student ਕਿਹਨੂੰ ਵੇਖ ਕੇ ਇੱਕਦਮ enthralled ਹੋ ਗਿਆ, ਚੌਕ ਗਿਆ, ਜਾਂ ਉਹਨੂੰ ਲੱਗਾ ਕਿ yeah, it's related to me, like he's talking about me or something like that. He felt like that. It was he learned the cause of his own failure. ਉਹਨੇ ਸਿੱਖਿਆ ਕਿ ਉਹਦੇ ਆਪਣੇ ਹਾਰਾਂ ਦਾ ਰੀਜ਼ਨ ਕੀ ਹੈ। Once the author was alone in a cabin in dash. ਹੁਣ author ਇੱਕ ਵਾਰ ਇੱਕ ਜਗ੍ਹਾ 'ਚ ਆਪਣੇ ਕੈਬਿਨ 'ਚ ਇਕੱਲਾ ਬੈਠਾ ਹੋਇਆ ਸੀ। ਉਹ ਕਿੱਥੇ ਸੀ ਜਗ੍ਹਾ? It's option B, North Woods. Who declared to give a summon against fear? ਹੁਣ ਕਿਹਨੇ ਡਿਕਲੇਅਰ ਕੀਤਾ ਸੀ ਕਿ ਮੈਂ fear ਦੇ ਅਗੇਂਸਟ ਸਮਨ ਦਵਾਂਗਾ? It's option A, Gilbert Chesterton. Next, dash in God gives us real peace of mind. ਹੁਣ ਰੱਬ 'ਚ ਕੀ ਰੱਖਣ ਨਾਲ ਸਾਡੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ? Option A, faith, ਵਿਸ਼ਵਾਸ. The antonym of destroy is create. ਤਬਾਹ ਕਰਨਾ, ਬਣਾना. Antonym destroy ਤਾਂ ਹੋ ਗਿਆ create. Similarly, the antonym of ignorance is ਧਿਆਨ ਨਾ ਦੇਣਾ, ignore ਕਰਨਾ, ਪੜ੍ਹਨਾ ਨਾ, knowledge ਨਾ ਹੋਣਾ, ignorance. ਉਹਦਾ antonym ਕੀ ਹੋਏਗਾ? Opposite ਕੀ ਹੋਏਗਾ? Knowledge ਹੋਣਾ. Option B, knowledge. Now next is lesson $1000. ਬਹੁਤ ਅੱਛਾ ਚੈਪਟਰ ਹੈ, ਬਹੁਤ ਈਜ਼ੀ ਚੈਪਟਰ ਹੈ। ਤੁਹਾਡੇ ਆਥਰ ਨੇ ਲਿਖਿਆ ਹੈ ਕਿ ਇਹਦੇ ਵਿੱਚ ਜੋ ਤੁਹਾਡਾ ਮੇਨ ਕਰੈਕਟਰ ਹੈ ਉਹਦੇ ਲਈ ਉਹਦੇ ਅੰਕਲ ਪੈਸੇ ਛੱਡ ਕੇ ਜਾਂਦੇ ਨੇ, ਉਹ ਸ਼ਰਤ ਰੱਖ ਕੇ ਜਾਂਦੇ ਨੇ, ਉਹ ਸ਼ਰਤ ਪੂਰੀ ਕਰ ਪਾਉਂਦਾ ਨਹੀਂ ਕਰ ਪਾਉਂਦਾ, ਉਹ ਸਭ ਕੁਝ ਤੁਸੀਂ ਇਸ ਚੈਪਟਰ ਵਿੱਚ ਪੜ੍ਹਿਆ। ਲੈਟਸ ਸੋਲਵ ਦੀ ਕੁਐਸਚਨ। The story $1000 starts dash. ਹੁਣ ਜੋ ਸਟੋਰੀ ਹੈ $1000 ਉਹ ਕਿੱਥੇ ਸ਼ੁਰੂ ਹੁੰਦੀ ਹੈ? ਤੁਹਾਡੇ ਚੈਪਟਰ ਦੇ ਵਿੱਚ ਫਸਟ ਸਟਾਰਟਿੰਗ ਦੇ ਪੈਰਾਗ੍ਰਾਫ ਵਿੱਚ ਕਿੱਥੇ ਸਟੋਰੀ ਸ਼ੁਰੂ ਹੋ ਰਹੀ ਹੈ? It was at the lawyer's office. ਵਕੀਲ ਦੇ ਆਫਿਸ ਦੇ ਵਿੱਚ ਸਟੋਰੀ ਸ਼ੁਰੂ ਹੁੰਦੀ ਹੈ। What question did Gillian pose to the various persons? ਹੁਣ ਗਿਲੀਅਨ ਨੇ ਵੱਖਰੇ ਵੱਖਰੇ ਲੋਕਾਂ ਨੂੰ ਕਿਹੜਾ ਕੁਐਸਚਨ ਪੁੱਛਿਆ ਸੀ? It's very easy. Option A, what would you do with $1000? ਕਿ ਜੇ ਤੁਹਾਡੇ ਕੋਲ $1000 ਆਂਦਾ ਹੈ ਤੁਸੀਂ ਉਹਦਾ ਕੀ ਕਰੋਗੇ? Who has written the story $1000? ਹੁਣ $1000 ਸਟੋਰੀ ਕਿੰਨੇ ਲਿਖੀ ਹੈ ਇਹ ਤੁਸੀਂ ਮੈਨੂੰ ਦੱਸਣਾ ਹੈ ਕਮੈਂਟ ਸੈਕਸ਼ਨ 'ਚ। ਆਪਸ਼ਨ ਤੁਹਾਡੇ ਸਾਹਮਣੇ ਨੇ। ਲੈਟਸ ਸੀ ਕਿਹੜੇ ਇਹਨੂੰ ਰਾਈਟ ਆਨਸਰ ਕਰਦੇ ਨੇ। ਮੈਂ ਆਪਣੀ ਹਰ ਵੀਡੀਓ ਵਿੱਚ ਇੱਕ ਕੁਐਸਚਨ ਤੁਹਾਡੇ ਲਈ ਛੱਡਦੀ ਹਾਂ ਜਸਟ ਟੂ ਸੀ ਕਿ ਤੁਹਾਨੂੰ ਪ੍ਰੀਪਰੇਸ਼ਨ ਹੈ ਕਿ ਨਹੀਂ ਹੈ। ਨਾਓ ਨੈਕਸਟ ਇਜ਼ ਦ ਪ੍ਰੋਪਰਟੀ ਆਫ ਗਿਲੀਅਨਸ ਅੰਕਲ ਵਾਸ ਵਰਥ ਡੈਸ਼। ਹੁਣ ਜੋ ਅੰਕਲ ਸੀਗੇ ਗਿਲੀਅਨ ਦੇ, ਉਹਨਾਂ ਦੀ ਜੋ ਪ੍ਰੋਪਰਟੀ ਸੀ ਉਹਦਾ ਟੋਟਲ ਅਮਾਉਂਟ ਕਿੰਨਾ ਸੀ? ਕਿੰਨੇ ਦੀ ਸੀ ਉਹ? It's very easy. Option D, $500,000. What did the blind man show young Gillian? ਹੁਣ blind man ਨੇ young Gillian ਨੂੰ ਕੀ ਵਿਖਾਇਆ ਸੀ? ਕਿਉਂਕਿ ਉਹਨੇ ਪੁੱਛਿਆ ਸੀ ਨਾ ਕਿ ਤੇਰੇ ਕੋਲ ਜੇ $1000 ਹੁੰਦੇ ਤੂੰ ਕੀ ਕਰਦਾ? He showed him his bank deposit book. ਕਿ ਉਹਦੇ ਕੋਲ ਕਿੰਨੇ ਡਾਲਰ? $1000 ਤੋਂ ਵੀ ਉੱਪਰ ਦੇ ਬੈਂਕ 'ਚ ਸੀਗਾ। ਉਹਨੇ ਇਹ ਵਿਖਾਇਆ ਸੀ ਨਾ। What did young Gillian decide to do with the $1000? ਤੇ ਐਂਡ ਵਿੱਚ ਉਹਨੇ ਕੀ ਡਿਸਾਈਡ ਕਰਦਾ ਕਿ ਮੈਂ $1000 ਦਾ ਕੀ ਕਰਾਂਗਾ? ਉਹਨੇ ਕੀ ਕੀਤਾ ਸੀ? ਆਪਸ਼ਨ ਸੀ, give it to Miss Hayden. ਉਹਨੇ ਮਿਸ ਹੇਡਨ ਨੂੰ ਉਹ ਡਾਲਰ ਦੇ ਦਿੱਤੇ ਸੀ, $1000। What did Robert Gillian offer Miss Lota? ਹੁਣ ਰੋਬਰਟ ਗਿਲੀਅਨ ਨੇ ਮਿਸ ਲੋਟਾ ਨੂੰ ਕੀ ਆਫਰ ਕੀਤਾ ਸੀ? ਆਪਸ਼ਨ ਸੀ, a diamond pendant. What was Robert's nickname? ਹੁਣ ਰੋਬਰਟ ਦਾ ਨਿਕਨੇਮ ਕੀ ਸੀ? ਬਹੁਤ ਈਜ਼ੀ ਹੈ। ਆਪਸ਼ਨ ਡੀ, ਬੌਬੀ. What was one rule for young Gillian on receiving the $1000? ਹੁਣ ਜਦੋਂ ਲਾਇਰ ਨੇ ਗਿਲੀਅਨ ਨੂੰ $1000 ਦਿੱਤੇ ਸੀ ਉਹਨੇ ਕਿਹੜਾ ਰੂਲ ਦੱਸਿਆ ਸੀ ਉਹਦੇ ਅੰਕਲ ਦਾ ਕਿ ਤੂੰ ਕੀ ਕਰਨਾ ਹੈ? That he had to give account of for his spending. ਕਿ ਉਹਨੇ ਉਹ $1000 ਕਿਵੇਂ ਖਰਚਿਆ ਹੈ ਉਹਦਾ ਪੂਰਾ ਹਿਸਾਬ ਕਿਤਾਬ ਉਹਨੂੰ ਲਾਇਰ ਨੂੰ ਦੇਣਾ ਪਏਗਾ। The blind man was selling dash on the sidewalk. ਹੁਣ ਜੋ ਅੰਧਾ ਬੰਦਾ ਸੀ ਸਟੋਰੀ ਦੇ ਵਿੱਚ ਉਹ ਸਾਈਡਵਾਕ 'ਚ ਮਤਲਬ ਕਿ ਸੜਕ ਦੇ ਕਿਨਾਰੇ ਕੀ ਵੇਚ ਰਿਹਾ ਸੀ? Option B, pencils. Who gave $1000 to Robert Gillian? Robert Gillian ਨੂੰ $1000 ਕਿੰਨੇ ਦਿੱਤੇ ਸਨ? It was lawyer Tolman. ਠੀਕ ਹੈ, ਲਾਇਰ ਨੇ ਇਹਨੂੰ ਹੈਂਡਓਵਰ ਕੀਤੇ ਸਨ। ਲਿਖਿਆ ਵਿਲ 'ਚ ਅੰਕਲ ਦੁਆਰਾ ਗਿਆ ਸੀ ਬਟ ਹੈਂਡਓਵਰ
ਲਾਇਰ ਨੇ ਕੀਤੇ ਸਨ। After receiving $1,000, ਗਿਲੀਅਨ consulted ਡੈਸ਼। ਹੁਣ $1,000 ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਜੋ ਗਿਲੀਅਨ ਸੀ ਉਹ ਕਿਹਦੇ ਕੋਲ ਗਿਆ ਸੀ, ਕਿਹਨੂੰ ਕੰਸਲਟ ਕੀਤਾ ਸੀ ਉਹਨੇ ਉਹਦੇ ਬਾਰੇ? it was option B old Brisson. What was left for Miss Hayden in the will of uncles? ਗਿਲੀਅਨਸ ਅੰਕਲ, ਕਿ ਮਿਸ ਹੇਡਨ ਲਈ ਗਿਲੀਅਨ ਦੇ ਅੰਕਲ ਨੇ ਕੀ ਛੱਡਿਆ ਸੀ ਜੋ ਸਟਾਰਟਿੰਗ 'ਚ ਉਹਨੂੰ ਪਤਾ ਲੱਗਦਾ ਹੈ, ਤੁਹਾਡੇ ਕਰੈਕਟਰ ਨੂੰ, ਗਿਲੀਅਨ ਨੂੰ ਪਤਾ ਲੱਗਦਾ ਹੈ। It was only a seal ring and $10. The cab driver suggested to dash. ਹੁਣ ਜੋ ਕੈਬ ਡਰਾਈਵਰ ਸੀ ਉਹਨੇ, ਗਿਲੀਅਨ ਨੇ ਉਹਨੂੰ ਪੁੱਛਿਆ ਸੀ what would you do with $1,000, ਤਾਂ ਉਹਨੇ ਕੀ ਸੁਜੈਸਟ ਕੀਤਾ, ਕੀ ਕਰੇਗਾ? To open a salon. Option B. Who was selling pencils on the sidewalk? Sidewalk ਸੜਕ ਦੇ ਕਿਨਾਰੇ ਕੌਣ ਪੈਨਸਿਲ ਵੇਚ ਰਿਹਾ ਸੀ? Easy, a blind man. Option B. How much money did blind man have in his account? ਹੁਣ ਜੋ ਅੰਨਾ ਬੰਦਾ ਸੀ ਉਹਦੇ ਅਕਾਊਂਟ ਵਿੱਚ ਕਿੰਨਾ ਪੈਸਾ ਸੀ? Option C, $1,785. Next, why did he demand a paper from Miss Hayden? ਹੁਣ ਗਿਲੀਅਨ ਨੇ ਮਿਸ ਹੇਡਨ ਕੋਲੋਂ ਪੇਪਰ ਕਿਉਂ ਮੰਗਿਆ ਸੀ? To make an account of his expenditure, ਕਿ ਉਹਨੇ ਅਕਾਊਂਟ ਬਣਾ, ਸਾਰਾ ਹਿਸਾਬ ਕਿਤਾਬ ਲਿਖਣਾ ਸੀ ਉਸ ਪੇਪਰ ਵਿੱਚ ਕਿ ਉਹਨੇ ਆਪਣੇ $1,000 ਕਿਵੇਂ ਖਰਚਿਆ। Whom did he give his $1,000 to? ਹੁਣ ਗਿਲੀਅਨ ਨੇ ਆਪਣੇ $1,000 ਕਿਹਨੂੰ ਦੇ ਦਿੱਤੇ ਸਨ? ਐਂਡ 'ਚ option D, ਮਿਸ ਹੇਡਨ ਨੂੰ। What was for Bobby Gillians in the second envelope of his uncle's will? ਹੁਣ ਬੌਬੀ ਗਿਲੀਅਨ ਲਈ ਸੈਕੰਡ envelope ਵਿੱਚ ਅੰਕਲ ਦੀ ਵਿਲ ਦੁਆਰਾ ਕੀ ਛੱਡਿਆ ਗਿਆ ਸੀ? Option A, $5,000. What was the age of old Brisson? Old Brisson ਦੀ age ਕਿੰਨੀ ਸੀ? Option C, 40 years. The cab stopped at the office dash of dash. ਹੁਣ ਜੋ ਕੈਬ ਸੀ ਉਹ ਕਿਹਦੇ ਆਫਿਸ 'ਚ ਸਟਾਪ ਹੋਈ ਸੀ? Option A, Tolman and Sharp. Who left the room whistling? ਕੌਣ ਸੀਟੀ ਮਾਰਦਾ ਹੋਇਆ ਰੂਮ ਛੱਡ ਕੇ ਚਲਿਆ ਗਿਆ ਸੀ? Option A, ਰੌਬਰਟ ਗਿਲੀਅਨ। ਜਦੋਂ ਉਹਨੂੰ ਪਤਾ ਲੱਗਿਆ ਕਿ ਜੇ ਉਹ ਆਪਣੀ ਸ਼ਰਤ ਪੂਰੀ ਨਹੀਂ ਕਰ ਪਾਏਗਾ ਸਾਰਾ ਪੈਸਾ ਕਿਹਦੇ ਕੋਲ ਚਲ ਜਾਏਗਾ? ਮਿਸ ਹੇਡਨ ਕੋ ਚਲਾ ਜਾਏਗਾ। ਮਿਸ ਲੋਟਾ ਲੌਰੀਅਰ was a dash. ਹੁਣ ਲੋਟਾ ਲੌਰੀਅਰ ਕੀ ਸੀ ਇਸ ਚੈਪਟਰ ਦੇ ਵਿੱਚ? She was playing a role of an actress, ਇੱਕ ਐਕਟਰਸ ਸੀ। Why did Gillian give money to Miss Hayden? ਹੁਣ ਗਿਲੀਅਨ ਨੇ ਮਿਸ ਹੇਡਨ ਨੂੰ ਪੈਸਾ ਕਿਉਂ ਦਿੱਤਾ ਸੀ? It's option A, he wanted to help her. Why did Gillian not get the rest of the money? ਗਿਲੀਅਨ ਨੂੰ ਬਾਕੀ ਪੈਸਾ ਕਿਉਂ ਨਹੀਂ ਮਿਲਿਆ ਸੀਗਾ? Because option A, he told the lawyer, ਉਹਨੇ ਲਾਇਰ ਨੂੰ ਝੂਠ ਹੀ ਬੋਲਤਾ ਸੀ that he had spent $1,000 on horse races. ਘੋੜਿਆਂ ਦੀ ਰੇਸ ਦੇ ਉੱਪਰ ਉਹਨੇ ਆਪਣਾ ਸਾਰਾ $1,000 ਲਾਤਾ ਸੀ। ਠੀਕ ਹੈ। ਐਂਡ ਵਿੱਚ ਟੀਚਰਸ ਦੀ ਇੱਕ ਨੋਟ ਹੈ ਕਿ ਤੁਸੀਂ ਬੱਚਿਆਂ ਨੂੰ ਇਸ ਤੋਂ ਇਲਾਵਾ ਵੀ ਕੁਐਸਚਨਸ ਪ੍ਰਿਪੇਅਰ ਕਰਾਣੇ ਨੇ ਐਂਡ ਅਪਾਰਟ ਫਰੋਮ ਦੈਟ ਇਸ PDF ਤੋਂ ਇਲਾਵਾ ਵੀ ਕੁਐਸਚਨ ਤੁਹਾਡੇ ਮੇਨ ਐਗਜ਼ਾਮ 'ਚ ਆ ਸਕਦੇ ਨੇ। For that you need to read your chapter thoroughly. ਆਪਣੇ ਚੈਪਟਰ ਨੂੰ ਬਾਰ-ਬਾਰ ਪੜੋ so that ਤੁਸੀਂ ਕੋਈ ਵੀ ਪੁਆਇੰਟ ਮਿਸ ਨਾ ਕਰੋ। ਠੀਕ ਹੈ। With this ਸਾਡਾ ਅੱਜ ਦਾ PDF ਸੋਲਵ ਹੋ ਗਿਆ। I hope ਤੁਹਾਨੂੰ ਸਾਰਿਆਂ ਨੂੰ ਆਨਸਰਸ ਆਉਂਦੇ ਸੀ already because ਤੁਸੀਂ ਮੇਰੇ ਨਾਲ ਪ੍ਰਪੇਅਰ ਕੀਤੇ ਹੋਏ ਨੇ। All the very best for your term 1 exam. Bye. Take care.